हाँ जी, कैप्टन सरकार ने तो उन्होंने बचाता वा, लेकिन वो समाज के बच्चों ਨਾਲ जिन्हों का शोषण होया तो उन्हों का की कैप्टन सरकार करेगी। धर्म सोच होना की वजह ना, या कैप्टन सरकार की वजह ना, जे क्लीन चिट उन्होंने धर्म सिंह सोच होना मिल गई तो फिर कैप्टन सरकार ने, कैप्टन साहब ने खुद घोटाला किया हो रहा, ਜਾਂ ਸਕੋਲਰਸ਼ਿਪ ਸਾਰਿਆਂ ਬੱਚਿਆਂ ਦੀ ਭਰੋ, ਜਾਂ ਪੈਸਾ ਦੱਸੋ ਕਿੱਥੇ ਆ। ਜੇ ਨਹੀਂ ਦੱਸ ਰਹੇ ਤੇ ਫਿਰ ਬੱਚਿਆਂ ਦੇ ਜਿਹੜਾ ਵੀ ਸ਼ੋਸ਼ਣ ਹੋਇਆ ਉਹਨਾਂ ਦਾ ਮਾਨਹਾਨੀ ਦਾ ਕੇਸ ਸਮਾਜ ਨਾਲ ਗੱਲ ਕਰਕੇ ਇੱਕ ਮੰਤਰੀ ਦੇ ਉੱਤੇ ਪਵਾਵਾਂਗੇ ਜੀ। ਸਰਕਾਰਾਂ ਦੇ ਵੋਟਾਂ ਦੀਆਂ ਭੁੱਖੀਆਂ ਕੰਮ ਤੇ ਕਰਨੇ ਆਉਂਦੇ ਨਹੀਂ ਇਹਨਾਂ ਨੂੰ ਜੀ। ਉਹ ਜੋਗੀ ਸਰਕਾਰ ਤੇ ਮੋਦੀ ਸਰਕਾਰ ਇਸ ਕਰਕੇ ਕਾਰਵਾਈ ਨਹੀਂ ਕਰਾ ਰਹੀ ਕਿਉਂਕਿ ਉਹ ਜਿਹੜੇ ਬੱਚੇ ਨੇ ਉਹ ਫਾਈਨੈਂਸਰ ਨੇ, ਉਹਨਾਂ ਦੇ ਮਾਪਿਓ ਉਹਨਾਂ ਦੇ ਫਾਈਨੈਂਸਰ ਨੇ, ਤੇ ਫਾਈਨੈਂਸਰਾਂ ਨੂੰ ਹਮੇਸ਼ਾ ਬਚਾਇਆ ਜਾਂਦਾ ਵਾ ਤੇ ਗਰੀਬਾਂ ਨੂੰ ਹਮੇਸ਼ਾ ਡੁਬਾਇਆ ਜਾਂਦਾ ਵਾ। कैप्टन सरकार ਨੂੰ ਵੀ ਜਿਹੜੇ ਸੁੱਤੇ ਨੇ ਔਰ ਰੂਸਾ ਬੇਗਮ ਨੂੰ ਲੈ ਕੇ ਬੈਠੇ ਨੇ ਅੰਦਰ, ਤੇ ਉਹਨੂੰ ਵੀ ਬਾਹਰ ਕਢਾਇਆ ਜਾਏਗਾ। ਦੇਖਾਂਗੇ ਤੇ ਸਹੀ ਕਿੱਦਾਂ ਸਰਕਾਰਾਂ ਚੱਲਦੀਆਂ ਇਹਨਾਂ ਕੋ। ਇਹ ਆਹੀ ਦੇਣਾ ਚਾਹਾਂਗੇ ਜੀ ਕਿ ਵਾਲਮੀਕ ਸਮਾਜ ਤੇ ਲੈ ਕੇ ਨਾਲ ਪੂਰਾ ਐਸੀ ਭਾਈਚਾਰਾ ਤੁਹਾਨੂੰ ਵੋਟ ਨਹੀਂ ਪਾਏਗਾ ਕਿਉਂਕਿ ਐਸੀ ਭਾਈਚਾਰੇ ਨਾਲ ਧੱਕੇ ਹੁੰਦੇ ਰਹੇ ਆ। ਮੈਂ ਤੇ ਉਸ ਰਾਜ ਦੀ ਮੰਗ ਕਰੂੰਗਾ ਜਿਹੜਾ ਗੁਰੂ ਰਵਿਦਾਸ ਜੀ ਮਹਾਰਾਜ ਕਹਿੰਦੇ ਸਨ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਸੋੜ ਬੜੇ ਸਭ ਸੰਭਸੇ ਰਵਿਦਾਸ ਰਹੇ ਪ੍ਰਸੰਨ। ਕਦੀ ਨਰਸਾਂ ਦੇ ਉੱਤੇ, ਕਦੀ ਟੀਚਰਾਂ ਦੇ ਉੱਤੇ ਲਾਠੀ ਚਾਰਜ, ਅੱਜ ਕਿਸਾਨਾਂ ਦੇ ਨਾਲ ਵੀ ਧੱਕਾ ਹੋ ਰਿਹਾ। ਆਪਣੇ ਤੌਰ ਤੇ ਸੋਚਦਾ ਆ ਕਿ ਜੇਕਰ ਉਹ ਦਲਿਤ ਸਮਾਜ ਦੀ ਨਾ ਹੁੰਦੀ ਤਾਂ ਸ਼ਾਇਦ 2-4 ਦਿਨਾਂ ਦੇ ਵਿੱਚ ਹੀ ਉਹਨਾਂ ਦੋਸ਼ੀਆਂ ਦਾ ਐਨਕਾਊਂਟਰ ਵੀ ਹੋ ਜਾਣਾ ਸੀ। ਸਿਰਫ ਇੱਕ ਦਲਿਤ ਸਮਾਜ ਦੀ ਹੋਣ ਕਰਕੇ ਅਜੇ ਤੱਕ ਵੀ ਉਹਨਾਂ ਦੋਸ਼ੀਆਂ ਦੀ ਕੋਈ ਗ੍ਰਿਫਤਾਰੀ ਨਹੀਂ ਪਈ ਔਰ ਸਰਕਾਰ ਦੇ ਕੰਨਾਂ ਦੇ ਉੱਤੇ ਜੂੰ ਤੱਕ ਨਹੀਂ ਸਰਕੀ। ਵੱਡੀ ਤਾਦਾਦ ਵਿੱਚ ਵਾਲਮੀਕ ਭਾਈਚਾਰਾ ਜਿਹੜਾ ਵਾ ਅੱਜ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਸਰਕਾਰਾਂ ਖਿਲਾਫ, ਜਿਨ੍ਹਾਂ ਨੇ ਭੰਡਾਰੀ ਪੁਲ ਜਾਮ ਕੀਤਾ ਨਾ। ਸਾਡੇ ਨਾਲ ਨੌਜਵਾਨ ਨਾਲ ਗੱਲਬਾਤ ਕਰਾਂਗੇ ਉਹਨਾਂ ਨਾਲ। ਵੀਰ ਕੀ ਕਾਰਨ ਕੀ ਹੋ ਗਿਆ ਤੁਹਾਨੂੰ ਵੱਡੀ ਤਾਦਾਦ ਵਿੱਚ ਵਾਲਮੀਕ ਭਾਈਚਾਰੇ ਨੂੰ ਜਿਹੜਾ ਇੱਥੇ ਜਾਮ ਕਰਨਾ ਪਿਆ? ਜਾਮ ਫੇਲ ਸਰਕਾਰਾਂ ਵੱਲੋਂ ਸ਼ਾਈਨ ਬੋਰਡ ਬਣਾਉਣ ਦੀ ਵਜ੍ਹਾ ਦੇ ਕਾਰਨ ਇੱਥੇ ਵਾਲਮੀਕ ਭਾਈਚਾਰਾ ਖੜਾ ਜੀ ਅੱਜ। ਤੇ ਸੰਤ ਸਮਾਜ ਤੇ ਝੂਠੀਆਂ FIR ਤੇ ਮਨੀਸ਼ਾ ਵਾਲਮੀਕੀ ਦੇ ਕਾਤਿਲਾਂ ਨੂੰ ਫਾਂਸੀ ਦੀ ਸਜ਼ਾ ਨਾ ਹੋਣ ਤੇ ਧਰਮ ਸਿੰਘ ਸੋਧ ਨੂੰ ਜਿਹੜੀ ਕਲੀਨ ਚਿੱਟ ਮਿਲਣ ਤੇ ਵਾਲਮੀਕ ਭਾਈਚਾਰਾ 4 ਮੁੱਦਿਆਂ ਨੂੰ ਲੈ ਕੇ ਇੰਨਾ ਕੁ ਰੋਸ ਪ੍ਰਦਰਸ਼ਨ ਕਰ ਰਿਹਾ। ਇੱਥੇ ਤੁਸੀਂ ਖੁਦ ਦੇਖ ਰਹੇ ਹੋ ਕਿ ਭੰਡਾਰੀ ਪੁਲ ਪੂਰਾ ਜਾਮ ਆ ਤੇ ਸਭ्य ਸਮਾਜ ਇੱਥੇ ਉਨੀ ਦੇਰ ਤੱਕ ਨਹੀਂ ਉੱਠੇਗਾ ਜਿੰਨ ਤੱਕ IG ਸਾਹਿਬ ਆਣ ਕੇ ਤੇ DC ਸਾਹਿਬ ਆਣ ਕੇ ਜਾਂ SP ਸਾਹਿਬ ਆਣ ਕੇ ਇਹਨਾਂ ਨੂੰ ਵਿਸ਼ਵਾਸਨ ਨਹੀਂ ਦਿਵਾਉਂਦੇ ਜੀ। ਕੀ ਲੱਗਦਾ ਹੈ ਵੀ ਕੈਪਟਨ ਸਰਕਾਰ ਨੇ ਆਪਣੇ ਜਿਹੜਾ ਮੰਤਰੀ ਆ ਧਰਮ ਸੋਧ ਨੂੰ ਬਚਾਤਾ ਵਾ, ਕਲੀਨ ਚਿੱਟ ਦਿੱਤੀ ਆ? ਹਾਂਜੀ, ਕੈਪਟਨ ਸਰਕਾਰ ਨੇ ਤੇ ਉਹਨਾਂ ਨੂੰ ਬਚਾਤਾ ਵਾ, ਲੇਕਿਨ ਉਹ ਸਮਾਜ ਦੇ ਬੱਚਿਆਂ ਨਾਲ ਜਿਨ੍ਹਾਂ ਦਾ ਸ਼ੋਸ਼ਣ ਹੋਇਆ ਤੇ ਉਹਨਾਂ ਦਾ ਕੀ ਕੈਪਟਨ ਸਰਕਾਰ ਕਰੇਗੀ। ਉਹਨਾਂ ਤੇ ਵੀ ਫਿਰ ਜੇ ਉਹਨਾਂ ਦੀ ਵਜ੍ਹਾ ਨਾਲ ਸ਼ੋਸ਼ਣ ਹੋਇਆ ਵਾ ਤੇ ਉਹਨਾਂ ਤੇ ਵੀ ਮਾਨਹਾਨੀ ਦਾ ਕੇਸ ਪੈਣਾ ਚਾਹੀਦਾ। ਹਰ ਇੱਕ ਬੱਚੇ ਦਾ ਸ਼ੋਸ਼ਣ ਕੀਤਾ ਗਿਆ ਇਹਨਾਂ ਵੱਲੋਂ ਤੇ ਉਹ ਬੱਚਿਆਂ ਦੇ ਕਈ ਕੇਸ ਜਿਹੜੇ ਕਿ ਹਜੇ ਵੀ ਡਿਗਰੀਆਂ ਕਾਲਜਾਂ ਦੇ ਵਿੱਚੋਂ ਨਹੀਂ ਮਿਲਦੀਆਂ ਤੇ ਬੱਚਿਆਂ ਨੂੰ ਇੰਨਾ ਕੁ ਟੌਰਚਰ ਕੀਤਾ ਜਾਂਦਾ ਵਾ। ਤੇ ਜਿਹੜਾ ਧਰਮ ਸੋਚ ਉਹਨਾਂ ਦੀ ਵਜ੍ਹਾ ਨਾਲ ਜਾਂ ਕੈਪਟਨ ਸਰਕਾਰ ਦੀ ਵਜ੍ਹਾ ਨਾਲ ਜੇ ਕਲੀਨ ਚਿੱਟ ਉਹਨਾਂ ਨੂੰ ਧਰਮ ਸਿੰਘ ਸੋਚ ਉਹਨਾਂ ਨੂੰ ਮਿਲ ਗਈ ਆ ਤੇ ਫਿਰ ਕੈਪਟਨ ਸਰਕਾਰ ਨੇ, ਕੈਪਟਨ ਸਾਹਿਬ ਨੇ ਖੁਦ ਘੋਟਾਲਾ ਕੀਤਾ ਹੋ ਰਹਾ। ਠੀਕ ਆ ਜੀ, ਆਪਾਂ ਤੇ ਇਹੀ ਕਹਿੰਦੇ ਆ ਜੇ ਘੋਟਾਲਾ ਹੋਇਆ ਜਾਂ ਪੈਸਾ ਦੱਸ ਦਿਓ ਕਿੱਥੇ ਆ, ਜਾਂ ਸਕੋਲਰਸ਼ਿਪ ਸਾਰਿਆਂ ਬੱਚਿਆਂ ਦੀ ਭਰੋ, ਜਾਂ ਪੈਸਾ ਦੱਸੋ ਕਿੱਥੇ ਆ। ਜੇ ਨਹੀਂ ਦੱਸ ਰਹੇ ਤੇ ਫਿਰ ਬੱਚਿਆਂ ਦੇ ਜਿਹੜਾ ਵੀ ਸ਼ੋਸ਼ਣ ਹੋਇਆ ਉਹਨਾਂ ਦਾ ਮਾਨਹਾਨੀ ਦਾ ਕੇਸ ਸਮਾਜ ਨਾਲ ਗੱਲ ਕਰਕੇ ਇੱਕ ਮੰਤਰੀ ਦੇ ਉੱਤੇ ਪਵਾਵਾਂਗੇ ਜੀ। ਗੱਲ ਕਰੀਏ ਵਾਲਮੀਕ ਭਾਈਚਾਰੇ ਦੀ ਵੱਡੀ ਤਾਦਾਦ ਵਿੱਚ ਵੋਟ ਹੁੰਦੀ ਹੈ, ਵੋਟ ਬੈਂਕ ਆ। ਸਰਕਾਰਾਂ ਜਦੋਂ ਵੋਟ ਲੈਣ ਹੁੰਦੀਆਂ ਉਦੋਂ ਬੜੇ ਵਾਅਦੇ ਕਰਦੀਆਂ ਨੇ ਨਾ, ਤੇ ਜਦੋਂ ਵੋਟਾਂ ਲੈ ਲੈਂਦੀਆਂ ਨਾ ਸਾਰੇ ਵਾਅਦੇ ਭੁੱਲ ਜਾਂਦੇ। ਕੀ ਕਰ ਲੱਗਦਾ ਸਹੀ ਹੈ? ਹਾਂਜੀ, ਸਰਕਾਰਾਂ ਦੇ ਵੋਟਾਂ ਦੀਆਂ ਭੁੱਖੀਆਂ ਕੰਮ ਤੇ ਕਰਨੇ ਆਉਂਦੇ ਨਹੀਂ ਇਹਨਾਂ ਨੂੰ ਜੀ। ਤੇ ਜੇ ਵੋਟ ਮੰਗਣ ਆਣਗੇ ਤੇ ਅੱਜ ਸਮਾਜ ਪੂਰਾ ਜਾਗਿਆ ਵਾ। ਜਿੱਦਾਂ ਅੱਜ ਪ੍ਰਦਰਸ਼ਨ ਹੋ ਰਿਹਾ ਮੇਰੇ ਖਿਆਲ ਨਾਲ ਕਿ ਇੱਕ ਮੰਤਰੀ ਕਿਸੇ ਵੀ ਬੱਚੇ ਦੇ ਘਰ, ਬੰਦਿਆਂ ਦੇ ਘਰ ਜਾਏਗਾ ਤੇ ਉਹਨਾਂ ਨੂੰ ਸਮਾਜ ਪੂਰੀ ਚੰਗੀ ਤਰ੍ਹਾਂ ਤਸੱਲੀ ਕਰਾ ਕੇ ਭੇਜੇਗਾ। ਇਦਾਂ ਦੀ ਕੋਈ ਦਿੱਕਤ ਨਹੀਂ ਜੀ। ਗੱਲ ਕਰੀਏ ਮਨੀਸ਼ਾ ਭੈਣ ਜਿਹੜੀ ਕਿ ਦਲਿਤ ਪਰਿਵਾਰ ਨਾਲ ਸੰਬੰਧਿਤ ਸੀ, ਜਿਸ ਤਰ੍ਹਾਂ ਜਿਹੜਾ ਉਸ ਨੂੰ ਸਾਫ਼ ਨਹੀਂ ਮਿਲ ਪਾਇਆ, ਜਿਹੜੇ ਦੋਸ਼ੀਆਂ ਹਜੇ ਵੀ ਬਰੀ ਨੇ। ਤੇ ਗੱਲ ਕਰੀਏ ਵੀ ਉੱਥੇ ਜੋਗੀ ਸਰਕਾਰ ਹੈ, ਜੋਗੀ ਸਰਕਾਰ ਤੇ ਮੋਦੀ ਸਰਕਾਰ ਕਿਉਂ ਨਹੀਂ ਇਹਨਾਂ ਤੇ ਕਾਰਵਾਈ ਕਰਾ ਰਹੀ? ਉਹ ਜੋਗੀ ਸਰਕਾਰ ਤੇ ਮੋਦੀ ਸਰਕਾਰ ਇਸ ਕਰਕੇ ਕਾਰਵਾਈ ਨਹੀਂ ਕਰਾ ਰਹੀ ਕਿਉਂਕਿ ਉਹ ਜਿਹੜੇ ਬੱਚੇ ਨੇ ਉਹ ਫਾਈਨੈਂਸਰ ਨੇ, ਉਹਨਾਂ ਦੇ ਮਾਪਿਓ ਉਹਨਾਂ ਦੇ ਫਾਈਨੈਂਸਰ ਨੇ, ਤੇ ਫਾਈਨੈਂਸਰਾਂ ਨੂੰ ਹਮੇਸ਼ਾ ਬਚਾਇਆ ਜਾਂਦਾ ਵਾ ਤੇ ਗਰੀਬਾਂ ਨੂੰ ਹਮੇਸ਼ਾ ਡੁਬਾਇਆ ਜਾਂਦਾ ਵਾ। ਇਹ ਸਰਕਾਰਾਂ ਦੀ ਨੀਤੀਆਂ ਵਾ ਤੇ ਸਰਕਾਰ ਇਹੀ ਨੀਤੀ ਤੇ ਕੰਮ ਕਰਦੀ ਆ, ਫਾਈਨੈਂਸਰਾਂ ਨੂੰ ਬਚਾਉਂਦੀ ਵੀ ਆ। ਧਨਾਟ ਲੋਕ ਨੇ, ਅਗਰ ਉਹ ਇਨਸਾਫ ਨਹੀਂ ਦੇਣਗੇ ਉਹਨਾਂ ਨੂੰ ਤੇ ਆਪਾਂ ਉੱਥੇ ਵੀ ਸਮਾਜ ਨੂੰ ਕਾਲ ਕਰਕੇ ਇਸ ਤੋਂ ਵੀ ਵੱਧ ਗਿਣਤੀ ਦੇ ਵਿੱਚ ਉਹਨਾਂ ਬੱਚਿਆਂ ਦਾ ਵੀ ਘਿਰਾਓ ਕਰਾ ਸਕਦੇ ਹਾਂ ਜੀ। ਅਸੀਂ ਦੇਖਿਆ ਤੁਸੀਂ ਇੱਥੇ ਕੈਪਟਨ ਸਾਹਿਬ ਦਾ ਪੁਤਲਾ ਬਣਾਇਆ ਵਾ, ਕੀ ਲਿਖਿਆ ਕੀ ਕੈਪਟਨ ਸਾਹਿਬ ਦੇ ਪੁਤਲੇ ਦੇ ਤੇ ਕਿਉਂ ਸਾੜਨ ਦਾ ਜਿਹੜਾ ਕੀ ਕਹਿੰਦਾ? ਤੇ ਲਿਖਿਆ ਜੋ ਲਿਖਿਆ ਸੱਚ ਹੀ ਲਿਖਿਆ ਜੀ। ਗੁੰਡਾਗਰਦੀ ਆ ਕੈਪਟਨ ਸਰਕਾਰ ਦੀ। ਜੇ ਆਪਾਂ ਸਾਡੇ ਲਾਲ ਝੰਡੇ ਦਾ ਇਤਿਹਾਸ ਵੀ ਹੈਗਾ ਵਾ, ਜੇ ਆਪਣੇ ਸੰਤ ਸਮਾਜ ਨੇ ਉੱਥੇ ਲਾਲ ਝੰਡਾ ਲਗਵਾਤਾ ਤੇ ਇਹਨਾਂ ਨੂੰ ਚਾਹੀਦਾ ਪੰਜਾਬ ਸਰਕਾਰ ਨੂੰ ਜਾਂ
ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਪੜ੍ਹ ਕੇ ਤੇ ਨਾ ਧਰਮ ਦੇ ਬੰਦਿਆਂ ਨੂੰ ਬਿਠਾ ਕੇ ਪਤਾ ਕਰਨਾ ਕਿ ਲਾਲ ਝੰਡੇ ਦਾ ਉੱਥੇ ਮਹੱਤਵ ਹੈਗਾ ਵਾ। ਜੇ ਮਹੱਤਵ ਹੈਗਾ ਤੇ FIR ਕੈਂਸਲ ਹੋਣੀ ਚਾਹੀਦੀ ਆ, ਠੀਕ ਆ ਜੀ। ਜੇ ਨਹੀਂ ਮਹੱਤਵ ਹੈਗਾ ਤੇ ਫਿਰ ਵੀ ਸੰਤ ਸਮਾਜ ਨੂੰ ਤੁਸੀਂ ਬਹਾ ਕੇ ਉਹਦੀ ਗੱਲ ਕਰਨੀ ਚਾਹੀਦੀ ਆ, ਨਾ ਕਿ ਨਜਾਇਜ਼ ਹੀ FIR ਕੱਟ ਦੇਣੀ ਚਾਹੀਦੀ ਆ। ਸੰਤ ਲੋਕ ਨੇ ਉਹ ਆਪਣੇ ਧਰਮ ਦੇ ਰੰਗਰੇਟੇ ਨੇ, ਜਿਨ੍ਹਾਂ ਨੂੰ ਕਹਿੰਦੇ ਨੇ ਕਿ ਰੰਗਰੇਟੇ ਆਪਾਂ ਧਰਮ ਦੇ ਉੱਤੇ ਮਰਦੇ ਆ ਜੀ। ਆਪਣੀ ਵਾਲਮੀਕ ਸਮਾਜ ਨਾਲ ਪੂਰਾ ਪਿਆਰ ਕਰਦੇ ਆ, ਧਰਮ ਦੇ ਲਈ ਪੂਰੇ ਖੜੇ ਆ। ਤੇ ਅਗਰ ਜੇ ਇਹਨਾਂ ਵੱਲੋਂ ਜੇ ਕੁਝ ਵੀ, ਵੈਸੇ ਤੇ ਮੇਰੇ ਹਿਸਾਬ ਨਾਲ ਤੇ ਪੂਰਾ ਹੀ ਠੀਕ ਆ ਜਿਹੜਾ ਲਾਲ ਝੰਡਾ ਲਾਣਾ, ਮੈਂ ਪੂਰਾ ਉਹਦਾ ਸਮਰਥਨ ਕਰਦਾ ਵਾਂ। ਜੇ ਇਹਨਾਂ ਨੇ ਉਸ ਤੇ ਨਜਾਇਜ਼ ਪਰਚੇ ਕੀਤੇ ਆ ਤੇ ਉਹਨਾਂ ਨੂੰ ਖਾਰਜ ਵੀ ਕੀਤਾ ਜਾਵੇ ਜੀ। ਤੇ ਗੱਲ ਕਰੀਏ ਜੇਕਰ ਇਨਸਾਫ ਨਹੀਂ ਮਿਲਦਾ ਵਾਲਮੀਕ ਭਾਈਚਾਰੇ ਨੂੰ ਤੇ ਅਗਲੀ ਰਣਨੀਤੀ ਕੀ ਹੋਊਗੀ? ਜੇ ਨਹੀਂ ਮਿਲਦਾ ਇਨਸਾਫ ਤੇ ਹਰ ਇੱਕ ਮੰਤਰੀ ਦੀ ਕੋਠੀ ਘੇਰੀ ਜਾਏਗੀ। ਕੈਪਟਨ ਸਰਕਾਰ ਨੂੰ ਵੀ ਜਿਹੜੇ ਸੁੱਤੇ ਨੇ ਔਰ ਰੂਸਾ ਬੇਗਮ ਨੂੰ ਲੈ ਕੇ ਬੈਠੇ ਨੇ ਅੰਦਰ, ਤੇ ਉਹਨੂੰ ਵੀ ਬਾਹਰ ਕਢਾਇਆ ਜਾਏਗਾ। ਦੇਖਾਂਗੇ ਤੇ ਸਹੀ ਕਿੱਦਾਂ ਸਰਕਾਰਾਂ ਚੱਲਦੀਆਂ ਇਹਨਾਂ ਕੋ। ਕੁਛ ਕਰਦੇ ਤੇ ਹੈ ਨਹੀਂ, ਅੰਦਰ ਰੂਸਾ ਬੇਗਮ ਦੇ ਨਾਲ ਬੈਠੇ ਨੇ ਉੱਤੇ ਆਪਣੇ ਫਾਰਮ ਹਾਊਸ ਦੇ ਵਿੱਚ। ਬਾਹਰ ਆਣ ਕੇ ਇਹਨਾਂ ਨੂੰ ਪੂਰਾ ਲੋਕਾਂ ਦਾ ਪਤਾ ਲੱਗੇ, ਲੋਕੀ ਗਰਾਊਂਡ ਲੈਵਲ ਤੇ ਕਿੰਨਾ ਕਲਪੇ ਹੋਏ ਨੇ। 4 ਸਾਲਾਂ ਦੇ ਵਿੱਚ ਹਜੇ ਤੱਕ ਆਪਣੇ ਤੀਰਥ ਦੇ ਉੱਤੇ 1 ਰੁਪਿਆ ਵੀ ਨਹੀਂ ਲਗਾਇਆ ਗਿਆ ਇਹਨਾਂ ਸ਼ਾਈਨ ਬੋਰਡ ਵੱਲੋਂ। ਤੇ ਸ਼ਾਈਨ ਬੋਰਡ ਦੀਆਂ ਪ੍ਰਧਾਨਗੀਆਂ ਲੈਣ ਨੂੰ ਸਾਰੇ ਘਰੋਂ ਘਰੇ ਬੈਠੇ ਨੇ। ਅੱਜ ਕੈਪਟਨ ਸਾਹਿਬ ਨੇ ਵੀ ਉੱਥੋਂ ਦੀ ਪ੍ਰਧਾਨਗੀ ਲਈ ਆ ਜਾਂ ਕੁਝ ਵੀ ਕੀਤਾ ਵਾ, ਤੇ ਕੈਪਟਨ ਸਾਹਿਬ ਨੇ 4 ਸਾਲਾਂ 'ਚ ਰੁਪਈਆ ਨਹੀਂ ਲਾਇਆ ਤੀਰਥ ਦੇ। ਤੇ ਉੱਥੇ ਸਫਾਈ ਕਰਾਣੀ, ਕੁਝ ਵੀ ਕਰਾਣਾ, ਜਿਹੜੇ ਉੱਥੇ ਦੇ ਕਰਮਚਾਰੀ ਲੱਗੇ ਸਰਕਾਰੀ, ਉਹਨਾਂ ਦੀਆਂ ਵੀ ਤਨਖਾਹਾਂ DC ਸਾਹਿਬ ਨੂੰ ਵੀ ਪਤਾ ਵਾ ਕਿ ਲੇਟ ਆ ਰਹੀਆਂ ਵਾ। ਤੇ ਬਸ ਸ਼ਾਈਨ ਬੋਰਡ 'ਚ ਹੀ ਕਾਲੀ ਪਾਣੀ, ਉਹਨਾਂ ਦੀ ਤਨਖਾਹਾਂ ਜਿਹੜੇ ਮਿਹਨਤ ਕਰ ਰਹੇ ਉਹਨਾਂ 'ਚ ਕੋਈ ਕਾਲੀ ਨਹੀਂ। ਸਾਰਾ ਕੰਮ ਜਿਹੜਾ ਕਿ ਆ ਕੈਪਟਨ ਸਰਕਾਰ ਜ਼ੀਰੋ ਹੋ ਚੁੱਕੀ ਆ, ਬਿਲਕੁਲ ਜ਼ੀਰੋ ਹੋ ਚੁੱਕੀ ਆ। ਹਰ ਇੱਕ ਸਮਾਜ ਇਹਦਾ ਮਤਲਬ ਕਿ ਇਹਨੂੰ ਮੰਨਦਾ ਨਹੀਂ ਕੈਪਟਨ ਸਰਕਾਰ ਨੂੰ, ਕਿਉਂਕਿ ਇਹਨਾਂ ਨੇ ਕੁਝ ਕੀਤਾ ਨਹੀਂ ਆ। ਤੇ ਇਸ ਕਰਕੇ ਆਪਾਂ ਵੀ ਇਹ ਚੀਜ਼ ਨੂੰ ਕਹਿੰਦੇ ਆ ਕਿ ਸ਼ਾਈਨ ਬੋਰਡ ਕੈਂਸਲ ਹੋਈ ਜਾਵੇ। ਸਾਡੇ ਸਭੇ ਸਮਾਜ ਦੇ ਲੋਕਾਂ ਨੂੰ ਸ਼ਾਈਨ ਬੋਰਡ ਦੇ ਵਿੱਚ ਪ੍ਰਧਾਨਗੀ ਚੇਅਰਮੈਨੀ ਦਿੱਤੀ ਜਾਵੇ ਕਿ ਉਹ ਸਾਡੇ ਸਮਾਜ ਦੇ ਲੋਕ ਪੜ੍ਹੇ ਲਿਖੇ ਨੇ। ਕਈ ਬੱਚੇ ਸਾਡੇ ਸਮਾਜ 'ਚੋਂ ਇੰਜੀਨੀਅਰ ਨੇ, ਕੋਈ ਡਾਕਟਰ ਨੇ, ਉਹ ਲੋਕ ਆਪਣੇ ਤੀਰਥ ਨੂੰ ਵਧੀਆ ਤਰੀਕੇ ਨਾਲ ਚਲਾਉਣਗੇ। 2022 ਦੀ ਇਲੈਕਸ਼ਨ ਫਿਰ ਆ ਰਹੀ ਆ, ਤੇ ਫਿਰ ਕੀ ਕਹਿਣਾ ਚਾਹੋਗੇ ਜਿਹੜੇ ਮੰਤਰੀਆਂ ਨੂੰ, ਲੀਡਰਾਂ ਨੂੰ, ਸਰਕਾਰਾਂ ਨੂੰ, ਵੱਖ-ਵੱਖ ਪਾਰਟੀਆਂ ਨੂੰ ਕੀ ਸੁਨੇਹਾ ਕੀ ਦੇਣਾ ਚਾਹੋਗੇ ਵੀ ਇਹ ਸੁਨੇਹਾ ਇਹੀ ਦੇਣਾ ਚਾਹਾਂਗੇ ਜੀ ਕਿ ਵਾਲਮੀਕ ਸਮਾਜ ਤੇ ਲੈ ਕੇ ਨਾਲ ਪੂਰਾ SC ਭਾਈਚਾਰਾ ਤੁਹਾਨੂੰ ਵੋਟ ਨਹੀਂ ਪਾਏਗਾ, ਕਿਉਂਕਿ SC ਭਾਈਚਾਰੇ ਨਾਲ ਧੱਕੇ ਹੁੰਦੇ ਰਹੇ ਆ। ਸਕਾਲਰਸ਼ਿਪ ਦਾ ਮੁੱਦਾ ਸੀ ਜਿਹੜਾ, ਉਹ ਸਾਰੇ SC ਭਾਈਚਾਰੇ ਦਾ ਹੀ। ਧਰਮ ਸਿੰਘ ਸੋਤ ਉਹਨਾਂ ਨੇ ਇੰਨਾ ਕੁ ਘੁਟਾਲਾ ਕੀਤਾ ਕਿ ਸਾਰੇ SC ਭਾਈਚਾਰੇ ਦੇ ਬੱਚਿਆਂ ਨੂੰ ਜਿਹੜਾ ਕਿ ਉਹਦਾ ਆਪਣੇ ਜਿੱਠਣਾ ਪਿਆ, ਜਾਂ ਆਪਣੇ ਘਰੋਂ ਪੈਸੇ ਭਾਂਡੇ ਵੇਚ ਕੇ ਪੈਸੇ ਕਾਲਜਾਂ ਨੂੰ ਦੇਣੇ ਪਏ ਆ। ਤੇ ਇਹ ਧਰਮ ਸਿੰਘ ਸੋਤ ਉਹਨਾਂ ਤੇ ਵੀ ਪਰਚਾ ਕੀਤਾ ਜਾਵੇ, ਉਹਨਾਂ ਨੂੰ ਵੀ ਖਾਰਜ ਕੀਤਾ ਜਾਵੇ, ਤੇ ਇਹਨਾਂ ਨੂੰ ਇੱਕ ਵੀ ਵੋਟ ਭਾਈਚਾਰੇ ਵੱਲੋਂ ਨਹੀਂ ਮਿਲੇਗੀ, ਚਾਹੇ ਜੋ ਮਰਜ਼ੀ ਕਰ ਲੈਣ। ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਜਿਹੜੇ ਕਿ ਵਾਲਮੀਕ ਭਾਈਚਾਰੇ ਦੇ ਜਿਹੜੇ ਨੌਜਵਾਨ ਨੇ, ਅਹੁਦੇਦਾਰ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਵੀਰ ਜੀ ਕੀ ਕਾਰਨ ਕੀ ਹੋ ਗਿਆ ਅੱਜ ਅਸੀਂ ਵੇਖਿਆ ਵੱਡੀ ਤਾਦਾਦ ਵਿੱਚ ਵਾਲਮੀਕ ਭਾਈਚਾਰੇ ਤੇ ਇਕੱਠਾ ਆ? ਅੱਜ ਸਮੁੱਚੀਆਂ ਜਥੇਬੰਦੀਆਂ ਵੱਲੋਂ ਸੰਤ ਸਮਾਜ ਦੀ ਰਹਿਨਮਾਈ ਹੇਠ ਭੰਡਾਰੀ ਪੁਲ ਜਾਮ ਕੀਤਾ ਗਿਆ ਆ। ਸਾਨੂੰ ਮਜਬੂਰ ਹੋ ਕੇ ਭੰਡਾਰੀ ਪੁਲ ਤੇ ਆਉਣਾ ਪਿਆ। ਇੱਕ ਵਾਰੀ ਨਹੀਂ, ਇੱਥੇ ਕਈ ਵਾਰੀ ਆਏ। ਜਦੋਂ ਵੀ ਸਮਾਜ ਨਾਲ ਧੱਕਾ ਹੋਇਆ, ਜਾਂ ਭਗਵਾਨ ਵਾਲਮੀਕ ਆਸ਼ਰਮ ਤੇ ਕਿਸੇ ਤਰ੍ਹਾਂ ਦੀ ਕਿਸੇ ਅਧਿਕਾਰੀਆਂ ਵੱਲੋਂ ਵਧੀਕੀ ਕੀਤੀ ਗਈ, ਉਦੋਂ ਸਾਨੂੰ ਭੰਡਾਰੀ ਪੁਲ ਤੇ ਆ ਕੇ ਧਰਨੇ ਲਾਉਣੇ ਪਏ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਜਦੋਂ ਅਸੀਂ ਆਪਣੇ ਹੱਕ ਦੀ ਗੱਲ ਕਰਦੇ ਹਾਂ, ਆਪਣੇ ਧਰਮ ਦੀ ਗੱਲ ਕਰਦੇ ਹਾਂ, ਆਪਣੇ ਸਮਾਜ ਦੀ ਗੱਲ ਕਰਦੇ ਹਾਂ, ਆਪਣੇ ਧਰਮ ਸਥਾਨਾਂ ਦੀ ਗੱਲ ਕਰਦੇ ਹਾਂ, ਉਦੋਂ ਸਾਨੂੰ ਧਰਨੇ ਲਾਉਣੇ ਪੈਂਦੇ ਨੇ, ਉਦੋਂ ਸਾਨੂੰ ਪ੍ਰੋਟੈਸਟ ਕਰਨੇ ਪੈਂਦੇ ਨੇ, ਸਰਕਾਰਾਂ ਦੇ ਪੁਤਲੇ ਫੂਕਣੇ ਪੈਂਦੇ ਨੇ। ਇਹ ਸਾਨੂੰ ਮਜਬੂਰੀ ਵਸ ਹੋ ਕੇ ਕਰਨਾ ਪੈਂਦਾ ਹੈ। ਤੇ ਗੱਲ ਕਰੀਏ ਮਨੀਸ਼ਾ ਜਿਹੜੀ ਭੈਣ ਦਾ ਜਿਹੜਾ ਹੱਥ ਰੇਪ ਹੋਇਆ ਸੀ, ਉਸ ਤੋਂ ਬਾਅਦ ਮੋਦੀ ਸਰਕਾਰ ਨੇ ਜਾਂ ਉੱਥੇ ਜੋਗੀ ਸਰਕਾਰ ਨੇ ਉਹ ਵੱਡੇ ਘਰਾਣਾ ਜਿਹੜੇ ਬੱਚਿਆਂ ਨੂੰ ਬਚਾਇਆ ਜਾ ਰਿਹਾ ਵਾ, ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਦੇਖੋ ਜੀ, ਉੱਥੋਂ ਦੀ ਜੋਗੀ ਸਰਕਾਰ ਜਿਹੜੀ ਆ, ਉਹ ਤੇ ਸਰੇਆਮ ਦੋਸ਼ੀਆਂ ਦਾ ਸਾਥ ਦੇ ਰਹੀ ਆ। ਜਿਹੜੇ ਉੱਥੋਂ ਦੇ ਜਿਹੜੇ ਦੋਸ਼ੀ ਨੇ, ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ, ਉਹ ਜੋਗੀ ਨਾਲ, ਰਾਜਨਾਥ ਨਾਲ, ਮੋਦੀ ਨਾਲ ਉਹਨਾਂ ਦੀਆਂ ਸੋਸ਼ਲ ਮੀਡੀਆ ਤੇ ਫੋਟੋਆਂ ਆ ਰਹੀਆਂ ਨੇ। ਉਹਨਾਂ ਨੂੰ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਇੱਥੋਂ ਤੱਕ ਕਿ ਉੱਥੋਂ ਦੀ ਭਾਜਪਾ ਸਰਕਾਰ ਸਰੇਆਮ ਦੋਸ਼ੀਆਂ ਦਾ ਸਾਥ ਦੇ ਰਹੀ ਆ। ਮੋਦੀ ਇਹ ਗੱਲ ਕਹਿੰਦਾ ਆ ਕਿ ਮੈਂ ਦੇਸ਼ ਦੇ ਵਿੱਚ ਰਾਮ ਰਾਜ ਲਾਗੂ ਕਰੂੰਗਾ। ਮੈਂ ਕਹਿੰਦਾ ਆ ਕਿ ਜੇ ਤੁਸੀਂ ਦੇਸ਼ ਵਿੱਚ ਰਾਮ ਰਾਜ ਲਾਗੂ ਕਰਕੇ ਗਰੀਬਾਂ ਤੇ ਅਤਿਆਚਾਰ ਕਰਨਾ, ਗਰੀਬਾਂ ਦੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਕਰਾਉਣੇ ਆ, ਉਹਨਾਂ ਦੇ ਹੱਡ ਪੈਰ ਤੋੜੇ ਜਾਣੇ ਆ, ਉਹਨਾਂ ਦੀ ਜ਼ਬਾਨਾਂ ਕੱਟੀਆਂ ਜਾਣੀਆਂ, ਤੇ ਸਾਨੂੰ ਇਦਾਂ ਦਾ ਰਾਮ ਰਾਜ ਨਹੀਂ ਚਾਹੀਦਾ। ਮੈਂ ਤੇ ਉਸ ਰਾਜ ਦੀ ਮੰਗ ਕਰੂੰਗਾ ਜਿਹੜਾ ਗੁਰੂ ਰਵਿਦਾਸ ਜੀ ਮਹਾਰਾਜ ਕਹਿੰਦੇ ਸਨ ਕਿ ਐਸਾ ਚਾਹੂੰ ਰਾਜ ਮੈਂ जहाँ मिले सबन को अन्न सोड बड़े सब संबसे रविदास रहे प्रसन्न। सानू तो ऐसे राज की लोड़ आ। सानू ਇਹੋ ਜਿਹਾ ਰਾਜ ਨਹੀਂ ਚਾਹੀਦਾ ਕਿ ਜਿਹਦੇ ਵਿੱਚ ਸਾਡੇ ਸਮਾਜ 'ਚ ਧੱਕਾ ਹੋਵੇ, ਵਧੀਕੀ ਹੋਵੇ, ਸਾਡੇ ਭੈਣ ਭਰਾਵਾਂ ਦੀ ਲੁੱਟ ਖਸੁੱਟ ਹੋਵੇ, ਸਾਨੂੰ ਕੁੱਟਿਆ ਜਾਵੇ, ਸਾਨੂੰ ਮਾਰਿਆ ਜਾਵੇ ਔਰ ਉਲਟਾ ਇਨਸਾਫ ਨਾ ਮਿਲੇ।
ਗੱਲ ਕਰੀਏ ਬਾਲਮੀਕ ਭਾਈਚਾਰੇ ਦੀ ਵੱਡੀ ਤਾਦਾਦ ਵਿੱਚ ਵੋਟ ਬੈਂਕ ਆ ਵੱਡੀਆਂ ਕਿਉਂ ਸਰਕਾਰਾਂ ਬਣਾਉਂਦੀਆਂ ਨੇ ਤੇ ਵੱਡਾ ਹੱਥ ਜਿਹੜਾ ਦਾ ਬਾਲਮੀਕ ਭਾਈਚਾਰੇ ਦਾ ਵਾ ਜਿੱਦੇ ਵੱਲ ਬਾਲਮੀਕ ਭਾਈਚਾਰਾ ਜਿਹੜਾ ਪੱਲਾ ਭਾਰੀ ਹੋ ਜਾਂਦਾ ਵਾ ਉਹ ਸਰਕਾਰਾਂ ਬਣਾ ਦਿੰਦੀਆਂ ਨੇ ਕਿ ਲੱਗਦਾ ਵੀ ਵੱਡੇ ਤਾਦਾਦ ਵਿੱਚ ਹੋਣ ਦੇ ਬਾਅਦ ਵੀ ਤੁਹਾਨੂੰ ਜਿਹੜਾ ਇਨਸਾਫ ਲੈਣ ਵਾਸਤੇ ਸੜਕਾਂ ਤੇ ਜਿਹੜਾ ਇੰਨੀ ਗਰਮੀ ਵਿੱਚ ਜਿਹੜਾ ਤੁਹਾਨੂੰ ਉੱਥੇ ਪੁਲ ਜਾਮ ਕਰਨਾ ਪੈਂਦਾ ਸੜਕਾਂ ਜਾਮ ਕਰਨੀ ਪੈਂਦੀਆਂ। ਦੇਖੋ ਜੀ ਜਦੋਂ ਇਹ ਸਰਕਾਰ ਹੋਂਦ ਵਿੱਚ ਆਈ ਪੰਜਾਬ ਸਰਕਾਰ ਤੇ ਸਭ ਤੋਂ ਜ਼ਿਆਦਾ ਜੋ ਸਾਥ ਸੀ ਦਲਿਤ ਭਾਈਚਾਰੇ ਵੱਲੋਂ ਸੀ ਪਰ ਦਲਿਤ ਭਾਈਚਾਰੇ ਦੇ ਆਗੂਆਂ ਨੂੰ ਸਰਕਾਰ ਵਿੱਚ ਬਣਦੀ ਨੁਮਾਇੰਦਗੀ ਨਹੀਂ ਦਿੱਤੀ ਗਈ। ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਖੁਦ ਸ਼੍ਰੋਮਣੀ ਬੋਰਡ ਦੇ ਚੇਅਰਮੈਨ ਬਣ ਗਏ ਜਦ ਕਿ ਉਹ ਸਾਡੇ ਭਾਈਚਾਰੇ ਵਿੱਚ ਹੋਣਾ ਚਾਹੀਦਾ ਸੀ। ਅਸੀਂ ਕਹਿੰਦੇ ਆ ਕਿ ਸਰਕਾਰ ਇਸ ਤੇ ਫੈਸਲਾ ਕਰੇ ਉਹ ਆਪਣਾ ਜਿਹੜਾ ਫੈਸਲਾ ਵਾਪਸ ਲਵੇ ਔਰ ਸ਼੍ਰੋਮਣੀ ਬੋਰਡ ਭੰਗ ਕਰਕੇ ਦੁਬਾਰਾ ਸਾਡੇ ਸਮਾਜ ਦੇ ਆਗੂਆਂ ਨੂੰ ਉੱਥੇ ਨੁਮਾਇੰਦਗੀ ਦਿੱਤੀ ਜਾਵੇ। ਗੱਲ ਕਰੀਏ ਮੋਦੀ ਸਰਕਾਰ ਦੀ ਮੋਦੀ ਸਰਕਾਰ ਨੇ ਜਦੋਂ ਆਉਣਾ ਸੀ ਤੇ ਮੋਦੀ ਸਰਕਾਰ ਵੱਲੋਂ ਬੜੇ ਵਾਅਦੇ ਕੀਤੇ ਗਏ ਸੀ ਅਤੇ ਇਹਨੂੰ ਕਿਹਾ ਗਿਆ ਵੀ ਅੱਛੇ ਦਿਨ ਆਏਗੇ ਕਿ ਲੱਗਦਾ ਅੱਛੇ ਦਿਨ ਜਿਹੜੇ ਸਾਡੇ ਜਿਹੜੇ ਪੰਜਾਬੀ ਨੇ ਸਾਡੇ ਦਲਿਤ ਪਰਿਵਾਰ ਨੇ ਜਿਹੜੇ ਸੜਕਾਂ ਦੇ ਧੱਕੇ ਖਾ ਰਹੇ ਨੇ ਜਾਂ ਆਪਣਾ ਹੱਕ ਲੈਣ ਵਾਸਤੇ ਜਿਹੜਾ ਨੂੰ ਪ੍ਰਦਰਸ਼ਨ ਕਰਨਾ ਪੈ ਰਿਹਾ। ਦੇਖੋ ਜੀ ਇਹ ਸਰਕਾਰਾਂ ਦੇ ਨੁਮਾਇੰਦੇ ਜਿਹੜੇ ਆ ਸਾਡੇ ਸਮਾਜ ਨੂੰ ਗੁੰਮਰਾਹ ਕਰਦੇ ਨੇ ਘਰ ਪਹੁੰਚ ਗਿਆ ਸਾਡੇ ਸਮਾਜ ਨੂੰ ਗੁੰਮਰਾਹ ਕਰਦੇ ਨੇ। ਮੋਦੀ ਸਰਕਾਰ ਨੇ ਕਿਹਾ ਕਿ ਮੈਂ ਲੋਕਾਂ ਦੇ ਖਾਤਿਆਂ ਦੇ ਵਿੱਚ 15-15 ਲੱਖ ਪਾਵਾਂਗਾ। ਉਹਨੇ 15-15 ਲੱਖ ਹੀ ਪਾਉਣਾ ਸੀ। ਨੋਟਬੰਦੀ ਦੇ ਵਿੱਚ ਪੂਰੇ ਭਾਰਤ ਵਿੱਚ ਗਰੀਬਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ। ਇੱਥੋਂ ਤੱਕ ਹੁਣ ਤੁਸੀਂ ਦੇਖ ਰਹੇ ਜੇ ਪੂਰੇ ਦੇਸ਼ ਦੇ ਵਿੱਚ ਪ੍ਰੋਟੈਸਟ ਚੱਲ ਰਹੇ ਨੇ ਚਾਹੇ ਉਹ ਕਿਸੇ ਵੀ ਭਾਈਚਾਰੇ ਦਾ ਹੋਵੇ। ਇਹ ਦੇਖੋ ਕਿਸਾਨ ਵੀ ਮੋਦੀ ਸਰਕਾਰ ਦੇ ਖਿਲਾਫ ਧਰਨੇ ਮੁਜ਼ਾਹਰੇ ਪੁਤਲੇ ਫੂਕ ਰਹੇ ਨੇ ਉਹਨਾਂ ਦੀ ਜ਼ਮੀਨਾਂ ਖੁੱਸ ਰਹੀਆਂ ਨੇ। ਗਰੀਬ ਪਰਿਵਾਰ ਦਲਿਤ ਭਾਈਚਾਰਾ ਮੋਦੀ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰ ਰਿਹਾ ਧਰਨੇ ਲਾ ਰਿਹਾ ਪੁਤਲੇ ਫੂਕ ਰਿਹਾ ਉਹਨਾਂ ਦੇ ਹੱਕ ਖੋਏ ਜਾ ਰਹੇ ਨੇ। ਪਿਛਲੀ ਸਰਕਾਰ ਜਦੋਂ ਪਿਛਲੀ ਵਾਰ ਮੋਦੀ ਸਰਕਾਰ ਸੀ 2018 ਦੇ ਵਿੱਚ 2 ਅਪ੍ਰੈਲ 2018 ਨੂੰ ਦਲਿਤ ਭਾਈਚਾਰੇ ਨੇ ਮੋਦੀ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਸੀ ਜਦੋਂ SC/ST ਐਕਟ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਭਾਈਚਾਰਾ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਸੰਘਰਸ਼ ਦਾ ਬਿਗਲ ਵਜਾਇਆ ਔਰ ਮੋਦੀ ਸਰਕਾਰ ਨੂੰ ਫੈਸਲਾ ਵਾਪਸ ਲੈਣਾ ਪਿਆ ਸੀ। ਗੱਲ ਕਰੀਏ ਧਰਮਸੋਧ ਨੂੰ ਪੰਜਾਬ ਸਰਕਾਰ ਨੇ ਜਿਹੜਾ ਕਲੀਨ ਚਿੱਟ ਦਿੱਤੀ ਗਈ ਆ ਕਿ ਲੱਗਦਾ ਵੀ ਆਪਣੇ ਮੰਤਰੀਆਂ ਨੂੰ ਬਚਾਇਆ ਜਾ ਰਿਹਾ। ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਸਰਕਾਰਾਂ ਹਮੇਸ਼ਾ ਹੀ ਆਪਣੇ ਨੁਮਾਇੰਦਿਆਂ ਨੂੰ ਬਚਾਉਂਦੀਆਂ ਨੇ ਸੱਚਾਈ ਨੂੰ ਸਾਹਮਣੇ ਨਹੀਂ ਲਿਆਉਂਦੀਆਂ। ਪਿਛਲੀ ਸਰਕਾਰ ਦੇ ਵਿੱਚ ਵੀ ਇੱਥੋਂ ਦੇ ਜੋ ਆਪਣੇ ਅੰਮ੍ਰਿਤਸਰ ਤੋਂ ਹੀ ਮੰਤਰੀ ਸਨ ਗੁਲਜ਼ਾਰ ਸਿੰਘ ਰਣੀਕੇ ਉਹਨਾਂ ਦਾ ਵੀ ਸਗਨ ਸਕੀਮ ਘੁਟਾਲੇ ਵਿੱਚ ਨਾਂ ਆਇਆ ਸੀ ਪਰ ਸਰਕਾਰ ਨੇ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਸੀ। ਇਸੇ ਤਰ੍ਹਾਂ ਹੀ ਅੱਜ ਪੰਜਾਬ ਸਰਕਾਰ ਧਰਮਸੋਧ ਨੂੰ ਕਲੀਨ ਚਿੱਟ ਦੇ ਰਹੀ ਆ ਪਰ ਸਾਡੇ ਜਿਹੜੇ ਬੱਚੇ ਆ ਸਕੂਲਾਂ ਦੇ ਵਿੱਚ ਧੱਕੇ ਖਾ ਰਹੇ ਨੇ। ਹੁਣ ਤਾਂ ਇੱਥੋਂ ਤੱਕ ਕਿ ਉਹਨਾਂ ਦੇ ਵਜ਼ੀਫੇ ਵੀ ਕੱਟੇ ਜਾ ਰਹੇ ਨੇ ਨਾ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਬੁੱਕਸ ਮਿਲ ਰਹੀ ਨੇ। ਪੜ੍ਹਾਈ ਦੀ ਗੱਲ ਕਰਦੇ ਪੜ੍ਹਾਈ ਦਾ ਆਨਲਾਈਨ ਸਿਸਟਮ ਸਾਨੂੰ ਸਹੀ ਲੱਗ ਨਹੀਂ ਰਿਹਾ ਨਾ ਬੱਚਿਆਂ ਨੂੰ ਪੜ੍ਹਾਈ ਹੋ ਰਹੀ ਆ। ਸਾਡਾ ਸਮਾਜ ਤਾਂ ਪਹਿਲਾਂ ਹੀ ਪਛੜਿਆ ਆ ਉਲਟਾ ਹੋਰ ਪਿੱਛੇ ਨੂੰ ਜਾ ਰਿਹਾ ਵਾ। ਠੀਕ ਹੈ ਜੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਭੰਡਾਰੀ ਪੁਲ ਦੀਆਂ ਜਿੱਥੇ ਵਿੱਚ ਤੁਹਾਨੂੰ ਕਹਿ ਸਕਦੇ ਵੀ ਬਾਲਮੀਕ ਭਾਈਚਾਰੇ ਵਿੱਚ ਕਿੰਨਾ ਰੋਸ ਆ। ਜਿਹੜਾ ਇੱਕ ਵੀਰ ਆ ਐਕਸੀਡੈਂਟ ਹੋਇਆ ਵੀਰ ਦਾ ਜਿਹੜਾ ਕਿ ਟਰਾਈਸਾਈਕਲ ਤੇ ਜਿਹੜਾ ਇੱਥੇ ਆਇਆ ਵਾ ਤੁਸੀਂ ਦੇਖੋ ਵੀਲ ਚੇਅਰ ਤੇ ਬੈਠਾ ਵਾ ਹੱਥ ਪੈਰਾਂ ਤੇ ਜਿਹੜੀਆਂ ਪੱਟੀਆਂ ਬੰਨੀਆਂ ਹੋਈਆਂ ਪਰ ਫਿਰ ਵੀ ਕਹਿ ਸਕਦੇ ਆ ਵੀ ਜਿਹੜਾ ਇੱਕ ਬਾਲਮੀਕ ਭਾਈਚਾਰਾ ਦਾ ਏਕਾ ਕਹਿ ਲਈਏ ਸਰਕਾਰਾਂ ਖਿਲਾਫ ਰੋਸ ਕਹਿ ਲਈਏ ਜਿਹੜਾ ਇਸ ਵੀਰ ਦਾ ਐਕਸੀਡੈਂਟ ਹੋਇਆ ਸੀ ਘਰਾਂ ਵਿੱਚ ਜਿਹੜਾ ਕਹਿ ਸਕਦੇ ਹਸਪਤਾਲ ਵਿੱਚ ਜਿਹੜਾ ਅਸੀਂ ਉੱਥੋਂ ਛੁੱਟੀ ਲੈ ਕੇ ਜਿਹੜਾ ਕਹਿ ਸਕਦੇ ਵੀ ਧਰਨੇ ਵਿੱਚ ਜਿਹੜਾ ਵਾ ਸ਼ਾਮਲ ਹੋਣ ਵਾਸਤੇ ਗੱਲਬਾਤ ਕਰਦੇ ਵੀਰ ਦਾ ਵੀਰ ਜੀ ਤੁਹਾਡਾ ਐਕਸੀਡੈਂਟ ਹੋਇਆ ਵਾ ਇੰਨੀਆਂ ਪੱਟੀਆਂ ਬੰਨੀਆਂ ਸੱਟਾਂ ਲੱਗੀਆਂ ਥਾਂ ਥਾਂ ਤੇ ਫਿਰ ਤੁਸੀਂ ਇਹ ਧਰਨੇ 'ਚ ਕਿਉਂ ਆਏ ਜੀ? ਇਹ ਅਸੀਂ ਧਰਨੇ ਵਿੱਚ ਤਾਂ ਆਏ ਆ ਕਿਉਂਕਿ ਸਾਡੇ ਸੰਤ ਸਮਾਜ ਦੇ ਨਾਲ ਤੇ ਸਾਡੇ ਜਿਹੜੇ ਸਮਾਜ ਦੇ ਆਗੂਆਂ ਦੇ ਨਾਲ ਬਹੁਤ ਧੱਕਾ ਹੋਇਆ ਆ। ਮੈਂ ਸਿਰਫ ਇੱਕ ਨਾਰਮਲ ਜੀ ਗੱਲ ਜੇਕਰ ਦੇਖਿਆ ਜਾਵੇ ਕਿ ਵਾਲਮੀਕੀ ਤੀਰਥ ਦੇ ਉੱਤੇ ਮੰਦਿਰਾਂ ਦੇ ਉੱਤੇ ਨਿਸ਼ਾਨ ਸਾਹਿਬ ਵੀ ਚੜ੍ਹਦੇ ਹੁੰਦੇ ਆ। ਦੇਖੋ ਜੇ ਆਗੂਆਂ ਨੇ ਸੰਤ ਮਹਾਂਪੁਰਸ਼ਾਂ ਨੇ ਨਿਸ਼ਾਨ ਸਾਹਿਬ ਚੜ੍ਹਾਇਆ ਆ ਇੱਕ ਨਿਮਾਣੀ ਜੀ ਕੋਸ਼ਿਸ਼ ਕੀਤੀ ਆ ਤੇ ਕੁਝ ਸਰਕਾਰ ਦੇ ਪਿੱਠੂਆਂ ਨੇ ਰਲ ਕੇ ਤੇ ਸਰਕਾਰ ਨੇ ਰਲ ਕੇ ਉਹਨਾਂ ਦੇ ਉੱਤੇ ਨਜਾਇਜ਼ ਪਰਚੇ ਕਰ ਦਿੱਤੇ ਆ। ਮੈਂ ਸਰਕਾਰ ਕੋਲੋਂ ਇਹ ਪੁੱਛਣਾ ਚਾਹੁੰਦਾ ਆ ਕਿ ਮੰਦਿਰਾਂ ਦੇ ਉੱਤੇ ਨਿਸ਼ਾਨ ਸਾਹਿਬ ਨਹੀਂ ਚੜ੍ਹਨੇ ਤਾਂ ਹੋਰ ਕੀ ਚੜ੍ਹਨਾ। ਔਰ ਦੂਸਰੀ ਗੱਲ ਕਿ ਇਹ ਇੱਕ ਜੋ ਸ਼ਰਾਈਨ ਬੋਰਡ ਹੈ ਵਾਲਮੀਕੀ ਤੀਰਥ ਅੰਮ੍ਰਿਤਸਰ ਦਾ ਸ਼ਰਾਈਨ ਬੋਰਡ ਹੈ ਪੰਜਾਬ ਦਾ ਉਹਦਾ ਪ੍ਰਧਾਨ ਜਿਹੜਾ ਆ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਚੁਣਿਆ ਗਿਆ ਜਦ ਕਿ ਦੇਖਿਆ ਜਾਵੇ ਤਾਂ ਵਾਲਮੀਕੀ ਭਗਵਾਨ ਵਾਲਮੀਕ ਜੀ ਨੂੰ ਤਕਰੀਬਨ ਲੋਕੀ ਜਾਤੀ ਤੌਰ ਤੇ ਵਾਲਮੀਕੀਆਂ ਦਾ ਹੀ ਗੁਰੂ ਮੰਨਦੇ ਆ ਔਰ ਇਹਦਾ ਪ੍ਰਧਾਨ ਇੱਕ ਜੱਟ ਕਿਵੇਂ ਹੋ ਸਕਦਾ ਆ ਜਦ ਕਿ ਕੈਪਟਨ ਅਮਰਿੰਦਰ ਸਿੰਘ ਜੱਟ ਮਹਾਸਭਾ ਦਾ ਪ੍ਰਧਾਨ ਆ। ਜਾਂ ਤਾਂ ਉਹ ਜੱਟ ਮਹਾਸਭਾ ਤੋਂ ਅਸਤੀਫਾ ਦੇਵੇ ਤੇ ਜਾਂ ਫਿਰ ਉਹ ਜਿਹੜਾ ਆ ਉਹਦਾ ਕੋਈ ਹੱਕ ਨਹੀਂ ਆ ਸ਼ਰਾਈਨ ਬੋਰਡ ਦਾ ਪ੍ਰਧਾਨ ਬਣਨ ਦਾ। ਗੱਲ ਕਰੀਏ ਦਲਿਤ ਭਰਾ ਦੀ ਬਾਲਮੀਕ ਭਾਈਚਾਰਾ ਵੱਡੀ ਤਾਦਾਦ ਵਿੱਚ ਜਿਹੜਾ ਵੋਟ ਬੈਂਕ ਆ ਸਰਕਾਰਾਂ ਬਣਾਉਂਦੀਆਂ ਨੇ ਕਿਉਂਕਿ ਜਦੋਂ ਵੀ ਕਿਤੇ ਵੋਟ ਆਉਂਦੀ ਆ ਬਾਲਮੀਕ ਭਾਈਚਾਰਾ ਸਭ ਤੋਂ ਵੱਡਾ ਯੋਗ ਹੁੰਦਾ ਵਾ ਕਿਉਂਕਿ ਵੱਡੇ ਵੱਡੇ ਨੁਮਾਇੰਦੇ ਜਿਹੜੇ ਕਹਿ ਸਕਦੇ ਆ ਸਰਕਾਰਾਂ ਦੇ ਘਰ ਘਰ ਆ ਕੇ ਵੋਟ ਮੰਗਦੇ ਨੇ ਤੇ ਤੁਹਾਡੀਆਂ ਜਿਹੜੀਆਂ ਸਰਕਾਰਾਂ ਬਣਾਈਆਂ ਜਿਹੜੀਆਂ ਵਾ ਗਾਂ ਜਿਹੜੀਆਂ ਉੱਥੇ ਸੈਂਟਰ 'ਚ ਜਾਂਦੀਆਂ ਨੇ ਕੀ ਕਹਿਣਾ ਚਾਹੁੰਦੇ ਇਸ ਬਾਰੇ?
ਸਰਕਾਰਾਂ ਸ਼ੁਰੂ ਤੋਂ ਹੀ ਧੋਖਾ ਕਰਦੀਆਂ ਸਾਰਿਆਂ ਨਾਲ, ਚਾਹੇ ਕੋਈ ਵੀ ਹੋਵੇ, ਚਾਹੇ ਅਕਾਲੀ ਹੋਵੇ, ਕਾਂਗਰਸੀ ਹੋਵੇ, ਚਾਹੇ ਕੋਈ ਵੀ ਹੋਵੇ, ਬੀਜੇਪੀ ਹੋਈ। ਇਹ ਹਮੇਸ਼ਾ ਹੀ ਕੱਲਾ ਦਲਿਤ ਸਮਾਜ ਦੇ ਨਾਲ ਹੀ ਨਹੀਂ, ਪੂਰੇ ਲੋਕਾਂ ਦੇ ਨਾਲ ਹੀ ਧੋਖਾ ਕਰਦੇ। ਜਿਵੇਂ ਕਿ ਅੱਜ ਆਪਾਂ ਸਾਰੇ ਦੇਖਦੇ ਹਾਂ, ਕਦੀ ਨਰਸਾਂ ਦੇ ਉੱਤੇ, ਕਦੀ ਟੀਚਰਾਂ ਦੇ ਉੱਤੇ ਲਾਠੀਚਾਰਜ, ਅੱਜ ਕਿਸਾਨਾਂ ਦੇ ਨਾਲ ਵੀ ਧੱਕਾ ਹੋ ਰਿਹਾ। ਔਰ ਜਿਹੜਾ ਦਲਿਤ ਸਮਾਜ ਦੀ ਜੇਕਰ ਗੱਲ ਕਰੀਏ ਤੇ ਇਹਨਾਂ ਨੂੰ ਤਾਂ ਹਮੇਸ਼ਾ ਹੀ ਦਰੀਆਂ ਵਿਛਾ ਕੇ ਸਮਾਜ ਦੇ ਵਾਸਤੇ ਇਨਸਾਫ ਲੈਣਾ ਪੈਂਦਾ। ਆਪਣੇ ਹੱਕਾਂ ਦੀ ਲੜਾਈ ਹਮੇਸ਼ਾ ਹੀ ਦਰੀਆਂ ਵਿਛਾ ਕੇ ਕਰਨੀ ਪੈਂਦੀ ਆ। ਜਦੋਂ ਇਹਨਾਂ ਨੂੰ ਵੋਟਾਂ ਦੀ ਲੋੜ ਹੁੰਦੀ ਆ ਤਾਂ ਇਹ ਫਿਰ ਕੱਚੀਆਂ ਗਲੀਆਂ ਦੇ ਵਿੱਚ ਜਾ ਕੇ, ਘਰ ਘਰ ਜਾ ਕੇ ਇਹਨਾਂ ਦਲਿਤ ਲੋਕਾਂ ਦੇ ਪੈਰੀਂ ਹੱਥ ਲਾਉਂਦੇ ਕਿ ਸਾਨੂੰ ਵੋਟ ਦੇ ਦਿਓ। ਕਿਉਂਕਿ ਇਹ ਜਿਹੜੇ ਲੋਕ, ਸਾਡੇ ਲੋਕ ਘੱਟ ਪੜ੍ਹੇ ਲਿਖੇ ਹੋਣ ਕਰਕੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ, ਛੋਟੇ ਛੋਟੇ ਲਾਲਚਾਂ ਦੇ ਵਿੱਚ ਫਸ ਜਾਂਦੇ ਆ। ਇਸ ਕਰਕੇ ਇਹ ਜਿਹੜੇ ਕੁਰਸੀਆਂ ਦੇ ਉੱਤੇ ਬੈਠੇ ਲੋਕ ਆ, ਇਹ ਬਹੁਤ ਸ਼ਾਤਰ ਆ ਔਰ ਚਲਾਕ ਆ। ਆਪਣੀਆਂ ਗੱਲਾਂ ਚਿਕਣੀਆਂ ਚੋਪੜੀਆਂ ਸੁਣਾ ਕੇ ਉਹਨਾਂ ਨੂੰ ਫਸਾ ਲੈਂਦੇ ਆ ਤੇ ਬਾਅਦ ਚ ਲੁੱਟ ਖਸੁੱਟ ਕਰਦੇ ਆ। ਗੱਲ ਕਰੀਏ ਯੂਪੀ ਵਿੱਚ ਜਿਹੜਾ ਹਾਥਰਸ ਜਿਹੜਾ ਉੱਥੇ ਮਨੀਸ਼ਾ ਭੈਣਾ ਜਿਹੜਾ ਹੋਇਆ ਵਾ, ਉੱਥੇ ਯੂਪੀ ਸਰਕਾਰ ਵੱਲੋਂ ਤੇ ਮੋਦੀ ਸਰਕਾਰ ਵੱਲੋਂ ਕੋਈ ਉਹਨਾਂ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ, ਕੋਈ ਕਾਰਵਾਈ ਨਹੀਂ ਹੋਈ। ਕੀ ਕਹਿਣਾ ਚਾਹੁੰਦੇ ਇਸ ਬਾਰੇ? ਇਹ ਬੀਬੀ ਜਿਹੜੀ ਆ, ਨਾਮ ਮਨੀਸ਼ਾ ਉਹਦਾ ਭੈਣ, ਜਿਹੜਾ ਉਹਦੇ ਨਾਲ ਧੱਕਾ ਹੋਇਆ ਆ, ਮੇਰੀ ਸੋਚ ਇਹ ਕਹਿੰਦੀ ਆ, ਮੈਂ ਆਪਣੇ ਤੌਰ ਤੇ ਸੋਚਦਾ ਆ ਕਿ ਜੇਕਰ ਉਹ ਦਲਿਤ ਸਮਾਜ ਦੀ ਨਾ ਹੁੰਦੀ ਤਾਂ ਸ਼ਾਇਦ 2-4 ਦਿਨਾਂ ਦੇ ਵਿੱਚ ਹੀ ਉਹਨਾਂ ਦੋਸ਼ੀਆਂ ਦਾ ਇਨਕਾਊਂਟਰ ਵੀ ਹੋ ਜਾਣਾ ਸੀ। ਸਿਰਫ ਇੱਕ ਦਲਿਤ ਸਮਾਜ ਦੀ ਹੋਣ ਕਰਕੇ ਅਜੇ ਤੱਕ ਵੀ ਉਹਨਾਂ ਦੋਸ਼ੀਆਂ ਦੀ ਕੋਈ ਗ੍ਰਿਫਤਾਰੀ ਨਹੀਂ ਪਈ ਔਰ ਸਰਕਾਰ ਦੇ ਕੰਨਾਂ ਦੇ ਉੱਤੇ ਜੂੰ ਤੱਕ ਨਹੀਂ ਸਰਕੀ। ਜਦ ਕਿ ਯੂਪੀ ਦੇ ਵਿੱਚ ਕਾਂਡ ਹੋਇਆ ਤੇ ਪੰਜਾਬ ਦੇ ਵਿੱਚ ਉਹਦਾ ਵਿਰੋਧ ਹੋ ਰਿਹਾ ਡਟ ਕੇ। ਸਿਰਫ ਜ਼ਿਆਦਾ ਨਹੀਂ ਮੈਂ ਇਸ ਗੱਲ ਬਾਰੇ ਕਹਿਣਾ ਚਾਹੁੰਦਾ, ਇਹ ਸਿਰਫ ਜਾਤੀਵਾਦ ਆ। ਜਾਤੀਵਾਦ ਤੌਰ ਤੇ ਜਿਹੜੀ ਸਰਕਾਰ ਆ, ਉਹ ਹਮੇਸ਼ਾ ਜਿਹੜੀ ਬੀਜੇਪੀ ਸਰਕਾਰ ਆ, ਜਾਤੀ ਨੂੰ ਬੜਾਵਾ ਦੇ ਰਹੀ ਆ। ਉਹ ਆਪਣੇ ਆਪ ਨੂੰ, ਇਸ ਦੇਸ਼ ਨੂੰ ਹਿੰਦੂਤਾ ਬਣਾਉਣਾ ਚਾਹੁੰਦਾ ਆ। ਇਹ ਰਾਮ ਰਾਜ ਜਿਹੜਾ ਲਿਆਉਣਾ ਚਾਹੁੰਦਾ ਆ, ਜੋ ਕਿ ਸਾਡੇ ਸਮਾਜ ਲਈ ਬਿਲਕੁਲ ਗਲਤ ਸਾਬਤ ਹੋਏਗਾ ਤੇ ਹੋਇਆ ਆ। ਠੀਕ ਹੈ, ਬਹੁਤ ਧੰਨਵਾਦ ਜੀ। ਇਸੀ ਸਾਡਾ ਗੱਲਬਾਤ ਕੀਤੀ ਜਿਹੜੇ ਕਿ ਦਲਿਤ ਪਰਿਵਾਰ ਦੇ ਜਿਹੜੇ ਨੌਜਵਾਨ ਨੇ, ਇਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸਰਕਾਰ ਦੇ ਖਿਲਾਫ, ਮੋਦੀ ਸਰਕਾਰ ਦੇ ਖਿਲਾਫ, ਕੈਪਟਨ ਦੇ ਸਰਕਾਰ ਦੇ ਖਿਲਾਫ। ਅਤੇ ਜਿਹੜੀ ਮਨੀਸ਼ਾ ਜਿਹੜੀ ਹਾਥਰਸ ਜਿਹੜਾ ਉਹ ਕਾਂਡ ਹੋਇਆ ਸੀ ਯੂਪੀ ਬਿਹਾਰ ਵਿੱਚ, ਉਸ ਨੂੰ ਲੈ ਕੇ ਵੀ ਜਿਹੜਾ ਮੋਦੀ ਸਰਕਾਰ ਤੇ ਯੋਗੀ ਸਰਕਾਰ ਨੂੰ ਲਾਹਨਤਾਂ ਪਾਈਆਂ ਗਈਆਂ। ਅਤੇ ਉਹਨਾਂ ਕਿਹਾ ਵੀ ਸਾਡਾ ਜਿਹੜਾ ਬਾਲਮੀਕ ਭਾਈਚਾਰਾ ਵੱਡੀ ਤਾਦਾਦ ਵਿੱਚ ਇਹਨਾਂ ਸਰਕਾਰਾਂ ਦੀਆਂ ਰਾਤ ਦੀ ਜਿਹੜੀ ਨੀਂਦ ਹਰਾਮ ਕਰ ਦੂਗਾ ਜੇਕਰ ਸਾਨੂੰ ਇਨਸਾਫ ਨਾ ਮਿਲੇ। ਤੇ ਤੁਸੀਂ ਦੇਖ ਰਹੇ ਹੋ ਵੱਡੀ ਤਾਦਾਦ ਵਿੱਚ ਜਿਸ ਤਰ੍ਹਾਂ ਬਾਲਮੀਕ ਭਾਈਚਾਰਾ ਜਿਹੜੇ ਨੌਜਵਾਨ ਨੇ ਅਤੇ ਉਹਨਾਂ ਦੇ ਆਗੂ ਜਿਹੜੇ ਨੇ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਜਿਹੜੇ ਨੇ ਜਾਮ ਕਰਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਨੇ। ਅੰਮ੍ਰਿਤਸਰ ਤੋਂ ਪੰਜਾਬੀ ਲੋਕ ਚੈਨਲ ਦੀ ਹਰਜੀਤ ਗਰੇਵਾਲ ਦੀ ਖਾਸ ਰਿਪੋਰਟ।